ਕਿਤਾਬ ਤੂਫਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ। ਲੇਖਕ ਸਰਦਾਰ ਅਜਮੇਰ ਸਿੰਘ। ਭਾਗ 36ਵਾਂ। ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਫਾਂਸੀ ਦਾ ਦਿਨ। ਵਿਦਾਇਗੀ ਕਵਿਤਾ। ਸ਼ਹਾਦਤ ਤੋਂ ਬਾਅਦ ਗਦਰੀ ਸ਼ਹਾਦਤਾਂ ਦੇ ਕੁਝ ਕੁ ਅੰਦਾਜ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਾਂਸੀ ਦਾ ਦਿਨ। ਭਾਈ ਪਰਮਾਨੰਦ ਲਾਹੌਰ ਨੇ ਆਪਣੀ ਆਤਮ ਕਥਾ ਵਿੱਚ 13 ਸਤੰਬਰ ਨੂੰ ਫਾਂਸੀ ਦੀ ਸਜ਼ਾ ਸੁਣਨ ਉਪਰੰਤ ਗਦਰੀ ਸੰਗਰਾਮੀਆਂ ਦੀ ਮਾਨਸਿਕ ਅਵਸਥਾ ਦੀ ਤਸਵੀਰ ਇਸ ਤਰ੍ਹਾਂ ਚਿਤਰੀ ਹੈ। ਉਸ ਵੇਲੇ ਸਾਡੇ ਹਿਰਦਿਆਂ ਦਾ ਨਜ਼ਾਰਾ ਕੁਝ ਹੋਰ ਹੀ ਸੀ। ਜਿਨ੍ਹਾਂ ਲੋਕਾਂ ਨੇ ਚੱਬੇ ਦਾ ਡਾਕਾ ਆਪਣੇ ਸਵਾਰਥ ਲਈ ਮਰਵਾਇਆ ਸੀ, ਉਹਨਾਂ ਨੂੰ ਮੌਤ ਦੀ ਸਜ਼ਾ ਦਾ ਬਹੁਤ ਦੁੱਖ ਹੋਇਆ। ਉਹਨਾਂ ਵਿੱਚੋਂ 2 ਆਦਮੀ ਤਾਂ ਭੁੱਬਾਂ ਮਾਰ ਕੇ ਰੋ ਰਹੇ ਸੀ। ਬਾਕੀ ਸਾਰਿਆਂ ਉੱਤੇ ਇਹ ਕਹਾਵਤ ਅੱਖਰ ਅੱਖਰ ਲਾਗੂ ਹੁੰਦੀ ਹੈ, ਮਰ ਗਏ ਅੰਬੋ ਜਸ਼ਨੇ ਦਾਰਦ। ਭਾਵ ਸਾਰਿਆਂ ਨਾਲ ਮਰਾਂਗੇ ਤਾਂ ਮਜ਼ਾ ਹੀ ਆ ਜਾਊ। ਲੋਕ ਇਸ ਸੱਚਾਈ ਦਾ ਅਨੁਭਵ ਨਹੀਂ ਕਰ ਸਕਦੇ ਅਤੇ ਸੰਭਵ ਹੈ ਕਿ ਉਹਨਾਂ ਨੂੰ ਮੇਰੀ ਇਸ ਗੱਲ ਉੱਤੇ ਯਕੀਨ ਨਾ ਆਵੇ ਕਿ ਉਸ ਵੇਲੇ ਸਾਡੀ ਹਾਲਤ ਸੱਚਮੁੱਚ ਅਜਿਹੀ ਮਸਤੀ ਵਾਲੀ ਸੀ ਜਿਸ ਨੂੰ ਤਿਉਹਾਰ ਕਿਹਾ ਜਾ ਸਕਦਾ ਹੈ। ਸਾਰੇ ਦਿਨ ਵਿੱਚ ਕੋਈ ਵੀ ਪਲ ਅਜਿਹਾ ਨਹੀਂ ਹੁੰਦਾ ਸੀ ਜਦੋਂ ਕੋਈ ਭਜਨ ਜਾਂ ਦੇਸ਼ ਭਗਤੀ ਦਾ ਗੀਤ ਨਾ ਗਾ ਰਿਹਾ ਹੋਵੇ, ਜਿਹੜੇ ਉਹਨਾਂ ਨੇ ਪਹਿਲਾਂ ਹੀ ਲਿਖੇ ਹੁੰਦੇ ਸਨ ਅਥਵਾ ਜੇਲ੍ਹ ਅੰਦਰ ਹੀ ਰਚੇ ਹੁੰਦੇ ਸਨ। ਅੱਧੀ ਰਾਤ ਤੱਕ ਅਸੀਂ ਆਪਣੀਆਂ ਕੋਠੜੀਆਂ ਵਿੱਚ ਦੂਜਿਆਂ ਨਾਲ ਉਦੋਂ ਤੱਕ ਗੱਲਾਂ ਕਰਦੇ ਤੇ ਹੱਸਦੇ ਰਹਿੰਦੇ ਸੀ ਜਦੋਂ ਤੱਕ ਥੱਕ ਕੇ ਨੀਂਦ ਦੇ ਨਸ਼ੇ ਵਿੱਚ ਬੇਹੋਸ਼ ਹੋ ਕੇ ਸੌਂ ਨਹੀਂ ਜਾਂਦੇ ਸੀ। ਸਾਡੇ ਪਹਿਰੇਦਾਰ ਸਿਪਾਹੀ ਹੈਰਾਨ ਹੋ ਜਾਂਦੇ ਸਨ ਅਤੇ ਉਹਨਾਂ ਵਿੱਚੋਂ ਕੁਝ ਇਸ ਤਰ੍ਹਾਂ ਦੀ ਟਿੱਪਣੀ ਕਰਦੇ ਸਨ, ਤੁਸੀਂ ਲੋਕ ਬਰਾਤ ਵਿੱਚ ਜਾ ਰਹੇ ਹੋ ਜਾਂ ਫਾਂਸੀ ਲਈ ਤਿਆਰ ਹੋ ਰਹੇ ਹੋ। ਉਹਨਾਂ ਵਿਚਾਰਿਆਂ ਨੂੰ ਸਮਝ ਨਹੀਂ ਆਉਂਦੀ ਸੀ ਕਿ ਇਸ ਫਾਂਸੀ ਵਿੱਚ ਕਿੰਨਾ ਆਨੰਦ ਹੈ। ਕਰਤਾਰ ਸਿੰਘ ਸਾਰਿਆਂ ਨਾਲੋਂ ਜ਼ਿਆਦਾ ਖੁਸ਼ ਸੀ। ਸਾਡਾ ਅੰਦਾਜ਼ਾ ਸੀ ਕਿ 7ਵੇਂ ਦਿਨ ਭਾਵ 20 ਸਤੰਬਰ ਨੂੰ ਸੁਬਹ ਸਵੇਰੇ ਹੀ ਫਾਂਸੀ ਲਾ ਦਿੱਤੀ ਜਾਵੇਗੀ। 7ਵੀਂ ਰਾਤ ਨੂੰ ਸਾਡੇ ਕਿੰਨੇ ਹੀ ਸਾਥੀ ਅੱਧੀ ਰਾਤ ਨੂੰ ਹੀ ਉੱਠ ਬੈਠੇ ਅਤੇ ਪਾਠ ਕਰਨਾ ਸ਼ੁਰੂ ਕਰ ਦਿੱਤਾ। ਉਹ ਇਹ ਉਡੀਕ ਕਰ ਰਹੇ ਸਨ ਕਿ ਹੁਣੇ ਹੀ ਜੇਲ੍ਹ ਦੇ ਅਫਸਰ ਉਹਨਾਂ ਨੂੰ ਲਿਜਾਣ ਲਈ ਆਉਣ ਵਾਲੇ ਹੋਣਗੇ। ਇਸ ਤਰ੍ਹਾਂ ਹੀ ਦੂਜੇ ਦਿਨ ਹੋਇਆ, ਪਰ ਫਿਰ ਸਾਡਾ ਉਤਸ਼ਾਹ ਠੰਡਾ ਪੈ ਗਿਆ ਅਤੇ ਅਸੀਂ ਬੇਫਿਕਰ ਹੋ ਕੇ ਆਨੰਦ ਗਮਨ ਹੋ ਗਏ। ਗਿਆਨੀ ਨਾਹਰ ਸਿੰਘ ਨੇ ਲਿਖਿਆ ਹੈ, ਓੜਕ 14 ਨਵੰਬਰ 1915 ਦੇ ਸਵੇਰੇ ਆਪ ਕਰਤਾਰ ਸਿੰਘ ਸਰਾਭਾ 6 ਹੋਰ ਸਾਥੀਆਂ ਸਮੇਤ ਸੈਂਟਰਲ ਜੇਲ੍ਹ ਲਾਹੌਰ ਵਿੱਚ ਦੇਸ਼ ਦੀ ਆਜ਼ਾਦੀ ਖਾਤਰ ਫਾਂਸੀ ਉੱਤੇ ਚੜ੍ਹ ਕੇ ਆਪਣਾ ਆਪ ਕੁਰਬਾਨ ਕਰਕੇ ਸ਼ਹੀਦ ਹੋ ਗਏ। ਨੋਟ: ਇੱਥੇ ਲੇਖਕ ਨੂੰ ਤਾਰੀਖ ਦਾ ਭੁਲੇਖਾ ਲੱਗਾ ਹੈ। ਕਰਤਾਰ ਸਿੰਘ ਸਰਾਭਾ ਨੂੰ ਫਾਂਸੀ 16 ਨਵੰਬਰ ਨੂੰ ਦਿੱਤੀ ਗਈ ਸੀ। ਫਾਂਸੀ ਲੱਗਣ ਦੇ ਦੂਜੇ ਦਿਨ ਸਾਡੇ ਉੱਤੇ ਕਲਨ ਖਾਨ ਵਾਰਡਨ ਦੀ ਡਿਊਟੀ ਸੀ। ਉਸ ਦੀ ਕਰਤਾਰ ਸਿੰਘ ਦੇ ਫਾਂਸੀ ਲੱਗਣ ਸਮੇਂ ਫਾਂਸੀ ਘਰ ਵਿੱਚ ਹੀ ਡਿਊਟੀ ਸੀ। ਭਾਈ ਸਾਹਿਬ ਰਣਧੀਰ ਸਿੰਘ ਜੀ ਨੇ ਪੁੱਛਿਆ, ਦੱਸੋ ਤੁਸੀਂ ਉਸ ਵੇਲੇ ਡਿਊਟੀ ਉੱਤੇ ਸੀ? ਕਰਤਾਰ ਸਿੰਘ ਦਾ ਅੰਤਮ ਸਮਾਂ ਕਹਿ ਰਿਹਾ। ਤਦ ਕਲਨ ਖਾਨ ਨੇ ਦੱਸਿਆ ਕਿ ਕਰਤਾਰ ਸਿੰਘ ਨੇ ਫਾਂਸੀ ਦੇ ਤਖਤੇ ਉੱਤੇ ਖੜੇ ਹੋ ਕੇ ਅਖੀਰ ਵੇਲੇ ਇਹ ਲਫ਼ਜ਼ ਕਹੇ, ਦਰੋਗਾ ਮਤ ਸਮਝੋ कि करतार सिंह मर गया है, मेरे खून के जितने कतरे हैं उतने करतार सिंह और पैदा होंगे और देश की आज़ादी के लिए काम करेंगे। भाई परमानंद मुताबक अगले दिन सुबह सवेरे इन्हां नूं 2 अलग-अलग टोलियां विच वंड के फांसी कर लिजाया गया। फांसी चढ़न तो पहलां पिघले ने यह इच्छा प्रगटाई कि वह रब अगे अरदास करनी चाहुंदा है। उसदी हथ घड़ी खोल दित्ती गई ਅਤੇ ਉਸਨੇ ਅਰਦਾਸ ਕੀਤੀ ਕਿ ਐ ਪ੍ਰਮਾਤਮਾ, ਤੂੰ ਸਾਡੇ ਦਿਲਾਂ ਦੀ ਜਾਣਦਾ ਹੈ। ਜਿਸ ਪਵਿੱਤਰ ਕਾਰਜ ਲਈ ਅਸੀਂ ਆਪਣੇ ਜੀਵਨ ਅਰਪਿਤ ਕਰ ਰਹੇ ਹਾਂ, ਤੂੰ ਉਸ ਕਾਰਜ ਦੀ ਰੱਖਿਆ ਕਰਨੀ। ਇਹੀ ਸਾਡੀ ਆਖਰੀ ਖਾਹਿਸ਼ ਹੈ। ਗਿਲਵਾਲੀ ਦੇ ਸੁਰੈਣ ਸਿੰਘ ਪੁੱਤਰ ਬੂੜ ਸਿੰਘ, ਜਿਸ ਨੇ ਆਪਣੀ ਨਿੱਜੀ ਗਰਜ ਵਿੱਚੋਂ ਚੱਬੇ ਦਾ ਡਾਕਾ ਮਰਵਾਇਆ ਸੀ ਅਤੇ ਨਿੱਜੀ ਕਿਹੜ ਵਿੱਚੋਂ ਹੀ ਸ਼ਾਹੂਕਾਰ ਦਾ ਬੇਰਹਿਮੀ ਨਾਲ ਕਤਲ ਕੀਤਾ ਸੀ, ਨੂੰ ਛੱਡ ਕੇ ਬਾਕੀ 6 ਗਦਰੀ ਸੂਰਮੇ 16 ਨਵੰਬਰ ਨੂੰ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪੂਰੀ ਚੜ੍ਹਦੀ ਕਲਾ ਦੀ ਅਵਸਥਾ ਵਿੱਚ ਹੱਸਦੇ ਗਾਉਂਦੇ ਗਰਜਦੇ ਫਾਂਸੀ ਘਰ ਵਿੱਚ ਜਾ ਪਹੁੰਚੇ। ਵਿਦਾਇਗੀ ਕਵਿਤਾ। ਭਾਈ ਸੰਤੋਖ ਸਿੰਘ ਜੀ ਨੇ 1926 ਵਿੱਚ ਕਿਰਤੀ ਪਰਚੇ ਵਿੱਚ ਉਸ ਕਵਿਤਾ ਦਾ ਪੂਰਾ ਪਾਠ ਛਾਪਿਆ ਸੀ, ਜਿਸ ਬਾਰੇ ਭਾਈ ਸਾਹਿਬ ਦਾ ਕਹਿਣਾ ਹੈ
ਕਿ ਇਹ ਕਵਿਤਾ ਉਹਨਾਂ ਕੌਮੀ ਬਜ਼ੁਰਗਾਂ ਨੇ ਫਾਂਸੀ ਦੇ ਦਿਨ ਤੋਂ ਪਹਿਲੇ ਕਈ ਦਿਨ ਭਰ ਸਾਂਝੀ ਮਿਹਨਤ ਅਤੇ ਵਿਚਾਰ ਦੇ ਨਾਲ ਤਿਆਰ ਕੀਤੀ ਸੀ ਅਤੇ ਸ਼ਹੀਦੀ ਵਾਸਤੇ ਤੁਰਨ ਵੇਲੇ ਸਭਨਾਂ ਨੇ ਪ੍ਰੇਮ ਨਾਲ ਉਚਾਰੀ ਸੀ। ਉਹ ਕਵਿਤਾ ਇਹ ਹੈ: ਸਨ 14 ਦੇ ਫਾਂਸੀ ਵਾਲੇ ਸ਼ਹੀਦਾਂ ਦਾ ਸੰਦੇਸ਼ਾ। ਸਦਾ ਜਿਉਣਾ ਨੀ ਜਹਾਨ ਅੰਦਰ, ਖਿਲੀ ਰਹੇਗੀ ਸਦਾ ਗੁਲਜ਼ਾਰ ਨਾਹੀ। ਸਦਾ ਕੋੜਦੀ ਰਹੇ ਨਾ ਹਜ਼ਾਰ ਸ਼ਾਹੀ, ਸਦਾ ਜਾਬਰਾਂ ਹੱਥ ਤਲਵਾਰ ਨਾਹੀ। ਰੰਗ ਬਦਲਦੀ ਰਹੇਗੀ ਸਦਾ ਕੁਦਰਤ, ਬਣਦਾ ਵਕਤ ਕਿਸੇ ਦਾ ਯਾਰ ਨਾਹੀ। ਹੋਸੀ ਧਰਮ ਦੀ ਜਿੱਤ ਅਖੀਰ ਬੰਦੇ, ਬੇੜੀ ਪਾਪ ਦੀ ਲੱਗਣੀ ਪਾਰ ਨਾਹੀ। ਸਾਡੇ ਵੀਰ ਨੂੰ ਤੁਸਾਂ ਨੇ ਖੁਸ਼ ਰਹਿਣਾ, ਅਸੀਂ ਆਪਣੀ ਆਪ ਨਿਭਾ ਦਿਆਂਗੇ। ਦੁੱਖ ਝੱਲਾਂਗੇ ਹੱਸ ਕੇ ਵਾਂਗ ਮਰਦਾਂ, ਨਾਲ ਖੁਸ਼ੀ ਦੇ ਸੀਸ ਲਗਾ ਦਿਆਂਗੇ। ਖਾਤਰ ਧਰਮ ਦੀ ਜਿੰਦ ਕੁਰਬਾਨ ਕਰਕੇ, ਜੜ ਜ਼ੁਲਮ ਦੀ ਪੁੱਟ ਵਿਖਾ ਦਿਆਂਗੇ। ਥੋੜੇ ਦਿਨਾਂ ਤਾਈਂ ਬੇੜਾ ਪਾਰ ਹੋਸੀ, ਸਰੋਂ ਹੱਥ ਤੇ ਅਸੀਂ ਜਮਾ ਦਿਆਂਗੇ। ਸਾਡੇ ਵੀਰ ਨੂੰ ਤੁਸਾਂ ਨਾ ਫਿਕਰ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਸਾਨੂੰ। ਫਾਂਸੀ ਤੋਪ ਬੰਦੂਕ ਤੇ ਤੀਰ ਬਰਸ਼ੀ, ਕੱਟ ਸਕਦੀ ਨਹੀਂ ਤਲਵਾਰ ਸਾਨੂੰ। ਸਾਡੀ ਆਤਮਾ ਸਦਾ ਅਡੋਲ ਵੀਰੋ, ਕਰੂ ਕੀ ਤੁਫੰਗ ਗਨ ਦਾ ਵਾਰ ਸਾਨੂੰ। ਖਾਤਰ ਧਰਮ ਦੀ ਗੁਰਾਂ ਨੇ ਪੁੱਤਰ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਸਾਨੂੰ। ਵਤਨ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ। ਕੁਝ ਮਰ ਗਏ ਹਾਂ ਕੁਝ ਜੇਲ੍ਹ ਚੱਲੇ, ਪਿੱਛੋਂ ਤੁਸਾਂ ਨਾ ਮੁੱਖ ਪਰਤਾ ਜਾਣਾ। ਖਾਤਰ ਆਜ਼ਾਦੀ ਦੀ ਚੜ੍ਹੇ ਹਾਂ ਫਾਂਸੀਆਂ ਤੇ, ਦੇਖ ਅਸਾਂ ਨੂੰ ਨਾ ਘਬਰਾ ਜਾਣਾ। ਬੁਰੀ ਮੌਤ ਨਾ ਮਰਿਓ ਬਿਮਾਰ ਹੋ ਕੇ, ਬਣ ਕੇ ਮਰਤ ਮੈਦਾਨ ਤਪਾ ਜਾਣਾ। ਪਿਆਰੇ ਹਿੰਦੀਓ ਚਮਕਿਓ ਚੰਦ ਵਾਂਗੂ, ਕਿਤੇ ਬੱਦਲੀਆਂ ਹੇਠ ਨਾ ਆ ਜਾਣਾ। ਦੁਸ਼ਮਣ ਅਸਾਂ ਦਾ ਬੜਾ ਚਲਾਕ ਜ਼ਾਲਮ, ਧੋਖਾ ਏਸਦਾ ਨਾ ਤੁਸਾਂ ਖਾ ਜਾਣਾ। ਮੂਲਾ ਸਿੰਘ ਤੇ ਅਮਰ ਨਵਾਬ ਵਾਂਗੂ, ਦੀਨਾ ਨਾਥ ਨਾ ਕਿਤੇ ਕਹਾ ਜਾਣਾ। ਜਿਹੜੀ ਜ਼ੁਲਮ ਤੋਂ ਹੋਈ ਇਹ ਲਹਿਰ ਪੈਦਾ, ਇਸ ਨੂੰ ਹੋਰ ਵੀ ਜ਼ਰਾ ਚਮਕਾ ਜਾਣਾ। ਕਦੇ ਦੇਖ ਸ਼ਹੀਦਾਂ ਦੀ ਕਬਰ ਬੰਨੇ, ਦੋ ਦੋ ਫੁੱਲ ਪ੍ਰੇਮ ਦੇ ਪਾ ਜਾਣਾ। ਐ ਪਰ ਸਮਝ ਲੈਣਾ ਰਸਤਾ ਕਠਨ ਯਾਰੋ, ਮੁਸ਼ਕਲ ਦੇਖ ਨਾ ਥਰ ਥਰਾ ਜਾਣਾ। ਜੇਲਾਂ ਹੈਨ ਕਾਲਜ ਦੇ ਸੇਵਕਾਂ ਦੇ, ਇੱਥੇ ਆਪਣਾ ਨਾਮ ਲਿਖਾ ਜਾਣਾ। ਸਨਦ ਮਿਲੇ ਫਾਂਸੀ ਇਸ ਸਕੂਲ ਵਿੱਚੋਂ, ਇੱਥੋਂ ਪਾਸ ਹੋਇਆਂ ਕੀ ਖਤਾ ਖਾਣਾ। ਹੁੰਦੇ ਫੇਲ ਬਹੁਤੇ ਐਪਰ ਪਾਸ ਥੋੜੇ, ਹਿੰਦ ਵਾਸੀਓ ਚੇਤਨਾ ਢਾਹ ਜਾਣਾ। ਹਿੰਦੁਸਤਾਨ ਸਾਡਾ ਅਸੀਂ ਹਿੰਦ ਵਾਸੀ, ਸਬਕ ਬੱਚਿਆਂ ਤਾਈਂ ਸਿਖਾ ਜਾਣਾ। ਪਿਆਰੇ ਵੀਰ ਨੂੰ ਚੱਲੇ ਹਾਂ ਅਸੀਂ ਜਿੱਥੇ, ਉਸੇ ਰਸਤੇ ਤੁਸੀਂ ਵੀ ਆ ਜਾਣਾ। ਦੇਸ਼ ਵਾਸੀਓ ਰੱਖਣਾ ਯਾਦ ਸਾਨੂੰ, ਕਿਤੇ ਦਿਲਾਂ ਤੋਂ ਨਾ ਭੁਲਾ ਜਾਣਾ। ਭਾਈ ਸੰਤੋਖ ਸਿੰਘ ਨੇ ਉਪਰੋਕਤ ਕਵਿਤਾ ਬਾਰੇ ਆਪਣੇ ਵਿਚਾਰ ਇਸ ਤਰ੍ਹਾਂ ਪ੍ਰਗਟਾਏ ਸਨ। ਸੰਸਾਰ ਵਿੱਚ ਅਨੇਕਾਂ ਕਵਿਤਾਵਾਂ ਨਿੱਤ ਉਚਾਰੀਆਂ ਅਤੇ ਲਿਖੀਆਂ ਜਾਂਦੀਆਂ ਹਨ ਅਤੇ ਅਨੇਕਾਂ ਹੀ ਨਿੱਤ ਪੁਸਤਕਾਂ ਅਤੇ ਅਖਬਾਰਾਂ ਵਿੱਚ ਪ੍ਰਕਾਸ਼ਿਤ ਹੁੰਦੀਆਂ ਹਨ, ਪਰੰਤੂ ਉੱਪਰਲੀ ਕਵਿਤਾ ਇਹਨਾਂ ਆਮ ਕਵਿਤਾਵਾਂ ਵਿੱਚੋਂ ਨਹੀਂ। ਇਸ ਦੀ ਮਹਿਮਾ ਸਭ ਨਾਲੋਂ ਨਿਆਰੀ ਅਤੇ ਉੱਚੀ ਹੈ। ਇਸ ਕਵਿਤਾ ਨੂੰ ਪੜ੍ਹ ਕੇ ਅਤੇ ਸੁਣ ਕੇ ਵਤਨ ਸੁਪੁੱਤਰਾਂ ਨੂੰ ਵਤਨ ਦੇ ਇਸ਼ਕ ਦਾ ਰੰਗ ਚੜ੍ਹਿਆ ਹੈ ਅਤੇ ਚੜ੍ਹਨਾ ਹੈ। ਇਸ ਕਵਿਤਾ ਨੂੰ ਪੜ੍ਹ ਕੇ ਅਤੇ ਸੁਣ ਕੇ ਪਾਪੀਆਂ ਦੇ ਪਾਪ ਕੰਬਦੇ ਹਨ ਅਤੇ ਧਰਮੀਆਂ ਨੂੰ ਧਰਮ ਦੀ ਰੰਗਣ ਅਤੇ ਖੁਸ਼ੀਆਂ ਚੜ੍ਹਦੀਆਂ ਹਨ। ਇਸ ਕਵਿਤਾ ਵਿੱਚ ਇਹ ਗੁਣ ਹੋਣ ਦਾ ਕਾਰਨ ਇਹ ਹੈ ਕਿ ਜਿਨ੍ਹਾਂ ਧਰਮੀਆਂ ਗਦਰੀਆਂ ਨੇ ਇਹ ਕਵਿਤਾ ਉਚਾਰੀ, ਉਹਨਾਂ ਨੇ ਜੋ ਕੁਝ ਮੂੰਹ ਤੋਂ ਕਿਹਾ ਉਹ ਹੀ ਕਮਾਇਆ। ਸੰਸਾਰ ਦਾ ਰਿਵਾਜ ਹੈ ਕਹਿਣਾ ਹੋਰ ਤੇ ਕਮਾਉਣਾ ਹੋਰ, ਪਰ ਉਹਨਾਂ ਧਰਮੀਆਂ ਨੇ ਸੰਸਾਰ ਦੀ ਕੰਧ ਤੋਂ ਪਾਰ ਟੱਪ ਕੇ ਦਿਖਾਇਆ। ਉਹਨਾਂ ਨੇ ਜੋ ਕੁਝ ਜੇਬਾਂ ਤੋਂ ਕੱਢਿਆ ਉਹ ਪਹਿਲੇ ਆਪਣਾ ਮਨ ਦੇ ਕੇ ਅਤੇ ਤਨ ਵਾਰ ਕੇ ਪੂਰਾ ਕੀਤਾ। ਸਨ 1914-15 ਵਾਲੇ ਅਮਰੀਕਾ, ਕੈਨੇਡਾ ਅਤੇ ਹੋਰ ਟਾਪੂਆਂ ਤੋਂ ਆਏ ਧਰਮੀਆਂ ਨੇ ਫਾਂਸੀ ਉੱਤੇ ਸ਼ਹੀਦੀ ਪਾਉਣ ਵਾਸਤੇ ਤੁਰਨ ਲੱਗਿਆਂ ਆਪਣੇ ਸਾਥੀਆਂ ਤੋਂ ਵਿਦਾ ਹੋਣ ਸਮੇਂ ਹਿੰਦੁਸਤਾਨ ਦੇ ਸਪੁੱਤਰਾਂ ਨੂੰ ਆਪਣਾ ਸੰਦੇਸ਼ਾ ਦਿੱਤਾ ਸੀ ਅਤੇ ਉਹ ਸੰਦੇਸ਼ਾ ਇਹ ਕਵਿਤਾ ਹੈ। ਇਹ ਕਵਿਤਾ ਉਹਨਾਂ ਕੌਮੀ ਬਜ਼ੁਰਗਾਂ ਨੇ ਫਾਂਸੀ ਦੇ ਦਿਨ ਤੋਂ ਪਹਿਲੇ ਕਈ ਦਿਨ ਭਰ ਸਾਂਝੀ ਮਿਹਨਤ ਅਤੇ ਵਿਚਾਰ ਦੇ ਨਾਲ ਤਿਆਰ ਕੀਤੀ ਸੀ ਅਤੇ ਸ਼ਹੀਦੀ ਵਾਸਤੇ ਤੁਰਨ ਵੇਲੇ ਸਭਨਾਂ ਨੇ ਪ੍ਰੇਮ ਨਾਲ ਉਚਾਰੀ ਸੀ। ਮਿਲ ਕੇ ਲੇਖ ਤਿਆਰ ਕਰਨ ਅਤੇ ਕਵਿਤਾ ਰਚਣ ਦਾ ਖਿਆਲ ਉਹਨਾਂ ਧਰਮੀ ਪਰਵਾਨਿਆਂ ਨੂੰ ਇੱਥੇ ਇਸ ਮੌਕੇ ਪਹਿਲੀ ਵਾਰ ਨਹੀਂ ਆਇਆ ਸੀ। ਇਹਨਾਂ ਨੇ ਅਮਰੀਕਾ ਵਿੱਚ ਵੀ ਇਤਿਹਾਸਕ ਲੇਖ ਅਤੇ ਮਨੋਹਰ ਕਵਿਤਾਵਾਂ ਤਿਆਰ ਕੀਤੀਆਂ ਸਨ।
ਹੋਰ ਤਿਆਰ ਕਰਨ ਦੇ ਆਰ ਵਿੱਚ ਸਨ ਜਦ ਹਿੰਦੁਸਤਾਨ ਨੂੰ ਚਾਲੇ ਪਾਏ। ਇਸ ਤਰ੍ਹਾਂ ਨਾਲ ਰਲ ਮਿਲ ਕੇ ਲੇਖ ਆਦਿਕ ਤਿਆਰ ਕਰਨ ਦੀ ਵਿਉਂਤ ਸਾਬਤ ਕਰਦੀ ਹੈ ਕਿ ਉਹਨਾਂ ਬਜ਼ੁਰਗਾਂ ਨੇ ਆਪਣਾ ਆਪ ਆਪਣੇ ਕਾਜ ਵਿੱਚ ਕਿਸ ਹੱਦ ਤੱਕ ਲੀਨ ਕਰ ਦਿੱਤਾ ਸੀ ਕਿ ਉਹਨਾਂ ਨੇ ਸੰਸਾਰ ਨੂੰ ਸਿੱਖਿਆ ਦਿੱਤੀ ਹੈ ਕਿ ਸੇਵਕਾਂ ਨੂੰ ਕਿਸ ਤਰ੍ਹਾਂ ਆਪਣੀ ਸ਼ਖਸੀਅਤ ਮਿਟਾ ਕੇ ਆਪਣੇ ਪਵਿੱਤਰ ਕਾਜ ਦੀ ਵੱਡੀ ਸ਼ਖਸੀਅਤ ਨੂੰ ਉਸਾਰਨਾ ਚਾਹੀਦਾ ਹੈ। ਹਰ ਇੱਕ ਸਾਂਝੇ ਕਾਰਜ ਦੀ ਕਾਮਯਾਬੀ ਦੀ ਇਹ ਕੁੰਜੀ ਗੁੱਝੀ ਛਿਪੀ ਨਹੀਂ, ਪਰੰਤੂ ਇਸ ਕੁੰਜੀ ਨੂੰ ਉਹ ਵਰਤ ਸਕਦੇ ਹਨ ਜਿਨ੍ਹਾਂ ਦੇ ਮਨ ਵਿੱਚ ਪਰਉਪਕਾਰ ਦੀ ਧੁਨ ਪੈਦਾ ਹੋ ਜਾਵੇ। ਇਨ੍ਹਾਂ ਪਵਿੱਤਰ ਜਿੰਦਾਂ ਦੇ ਮਨ ਵਿੱਚ ਹੋਰ ਕਿਸੇ ਕਿਸਮ ਦੇ ਵਿਚਾਰਾਂ ਜਾਂ ਫੁਰਨਿਆਂ ਵਾਸਤੇ ਥਾਂ ਨਹੀਂ ਸੀ। ਮਾਨਸ ਜਾਤੀ ਦੀ ਸੇਵਾ ਦੀ ਧੁਨ ਵਿੱਚ ਉਹ ਲੱਗੇ ਹੋਏ ਸਨ। ਇਸੇ ਧੁਨ ਵਿੱਚ ਉਹ ਤੁਰਦੇ ਫਿਰਦੇ, ਉੱਠਦੇ ਬੈਠਦੇ, ਜਾਗਦੇ ਸੌਂਦੇ ਅਤੇ ਜਿਉਂਦੇ ਸਨ। ਕੋਈ ਸਮਾਂ ਆਵੇਗਾ ਜਦ ਆਜ਼ਾਦੀ ਦੇ ਇਤਿਹਾਸ ਦੇ ਖੋਜੀ ਇਹਨਾਂ ਕਵਿਤਾਵਾਂ ਦੀ ਭਾਲ ਵਿੱਚ ਲੱਗੇ ਹੋਏ ਧਰਤੀ ਦੀਆਂ 16 ਕੂਟਾਂ ਤੋਂ ਹਿੰਦੁਸਤਾਨ ਵਿੱਚ ਆਉਣਗੇ ਅਤੇ ਇਹਨਾਂ ਕਵਿਤਾਵਾਂ ਦਾ ਉਲੱਥਾ ਸੰਸਾਰ ਦੀਆਂ ਉੱਘੀਆਂ ਲਾਇਬ੍ਰੇਰੀਆਂ ਵਿੱਚ ਰੱਖਿਆ ਜਾਵੇਗਾ। ਇਹ ਗੱਲ ਬੜੀ ਹੀ ਅਫਸੋਸ ਤੇ ਹੈਰਾਨੀ ਵਾਲੀ ਹੈ ਕਿ ਉਪਰੋਕਤ ਕਵਿਤਾ ਦਾ ਦੂਜਾ ਭਾਗ, ਜਿਸ ਵਿੱਚੋਂ ਵਤਨ ਪ੍ਰੇਮ ਦਾ ਜਜ਼ਬਾ ਪ੍ਰਗਟ ਹੁੰਦਾ ਹੈ, ਤਾਂ ਬਹੁਤ ਵਿਆਪਕ ਪੱਧਰ ਤੇ ਛਾਪੀ ਤੇ ਪ੍ਰਚਾਰੀ ਗਈ ਹੈ, ਪਰੰਤੂ ਇਸ ਦਾ ਪਹਿਲਾ ਹਿੱਸਾ, ਜਿਸ ਵਿੱਚ ਗਦਰੀ ਸ਼ਹੀਦਾਂ ਦੇ ਸਿੱਖ ਜਜ਼ਬਾਤ ਡੁੱਲ ਡੁੱਲ ਪੈਂਦੇ ਹਨ, ਪੂਰੀ ਤਰ੍ਹਾਂ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਸਪਸ਼ਟ ਤੌਰ ਤੇ ਸ਼ਹੀਦਾਂ ਦੇ ਅੰਤਮ ਸੰਦੇਸ਼ੇ ਨਾਲ ਇਹ ਅਨਾਚਾਰ ਸਮਕਾਲੀ ਰਾਜਸੀ ਸਵਾਰਥ ਵਿੱਚੋਂ ਕੀਤਾ ਗਿਆ ਹੈ। 1947 ਵਿੱਚ ਦੇਸ਼ ਦੀ ਝੂਠੀ ਸੱਚੀ ਆਜ਼ਾਦੀ ਤੋਂ ਬਾਅਦ ਭਾਰਤ ਦੇ ਹਾਕਮ ਵਰਗ ਨੇ ਧਰਮ ਨਿਰਪੱਖਤਾ ਤੇ ਰਾਸ਼ਟਰਵਾਦ ਦੀ ਵਿਚਾਰਧਾਰਾ ਅਪਣਾ ਲਈ ਸੀ। ਇਹ ਵਿਚਾਰਧਾਰਾ ਇਸ ਕਦਰ ਸਰਬ ਪ੍ਰਧਾਨ ਬਣ ਗਈ ਕਿ ਆਪਣੇ ਆਪ ਨੂੰ ਇਨਕਲਾਬੀ ਤੇ ਗਦਰੀ ਸ਼ਹੀਦਾਂ ਦੇ ਵਾਰਸ ਅਖਵਾਉਣ ਵਾਲੀਆਂ ਖੱਬੇ ਪੱਖੀ ਤਾਕਤਾਂ ਨੇ ਵੀ ਇਸ ਵਿਚਾਰਧਾਰਾ ਵਿੱਚ ਪੂਰਨ ਸ਼ਰਧਾ ਪ੍ਰਗਟਾ ਦਿੱਤੀ, ਜਿਸ ਕਰਕੇ ਗਦਰ ਲਹਿਰ ਤੇ ਇਸ ਦੇ ਸ਼ਹੀਦਾਂ ਬਾਰੇ ਜੋ ਕੁਝ ਵੀ ਛਾਪਿਆ ਤੇ ਲਿਖਿਆ ਗਿਆ ਉਹ ਹਾਕਮ ਵਰਗ ਦੀ ਵਿਚਾਰਧਾਰਾ ਦੇ ਅਨੁਕੂਲ ਸੀ। ਗਦਰੀ ਸੰਗਰਾਮੀਆਂ ਤੇ ਸ਼ਹੀਦਾਂ ਨੂੰ ਧਰਮ ਤੋਂ ਨਿਰਲੇਪ ਤੇ ਰਾਸ਼ਟਰਵਾਦੀ ਦਰਸਾਉਣ ਲਈ ਉਹਨਾਂ ਦੀਆਂ ਲਿਖਤਾਂ ਨਾਲ ਭਾਰੀ ਅਨਿਆਂ ਕੀਤਾ ਗਿਆ। ਇੱਕ ਪਾਸੇ ਤਾਂ ਉਹਨਾਂ ਦੀਆਂ ਆਪਣੀਆਂ ਕੁਝ ਮੌਲਿਕ ਲਿਖਤਾਂ ਛੁਪਾ ਲਈਆਂ ਗਈਆਂ, ਦੂਜੇ ਪਾਸੇ ਕੁਝ ਜਾਅਲੀ ਲਿਖਤਾਂ ਉਹਨਾਂ ਦੇ ਨਾਵਾਂ ਉੱਤੇ ਪ੍ਰਚਲਿਤ ਕਰਨ ਦੀਆਂ ਬਦਈਮਾਨ ਕੋਸ਼ਿਸ਼ਾਂ ਕੀਤੀਆਂ ਗਈਆਂ। 16 ਨਵੰਬਰ ਦੇ ਗਦਰੀ ਸ਼ਹੀਦਾਂ ਦੀ ਉਪਰੋਕਤ ਕਵਿਤਾ ਪੂਰੇ 85 ਸਾਲਾਂ ਤੱਕ ਦਬਾ ਕੇ ਰੱਖੀ ਗਈ। ਨੋਟ 1912 ਵਿੱਚ ਰਾਜਵਿੰਦਰ ਸਿੰਘ ਰਾਹੀ ਨੇ ਇਸ ਕਵਿਤਾ ਸਮੇਤ ਗਦਰੀ ਸੰਗਰਾਮੀਆਂ ਦੀਆਂ ਹੋਰ ਕਾਫੀ ਸਾਰੀਆਂ ਮੌਲਿਕ ਲਿਖਤਾਂ ਛਾਪ ਕੇ ਹਾਕਮ ਵਰਗ ਦੀ ਰਾਜਸੀ ਵਿਚਾਰਧਾਰਾ ਦੇ ਪੈਰੋਕਾਰਾਂ ਦਾ ਅਸਲੀ ਖਾਸਾ ਬੇਪਰਦ ਕਰ ਦਿੱਤਾ। ਪਰ ਇਸ ਦੀ ਜਗ੍ਹਾ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਮ ਹੇਠ ਇੱਕ ਅਜਿਹੀ ਕਵਿਤਾ ਪ੍ਰਚਲਿਤ ਕਰਨ ਦੇ ਅਨੈਤਿਕ ਯਤਨ ਕੀਤੇ ਗਏ ਜਿਹੜੀ ਹਿੰਦੂ ਰਾਸ਼ਟਰਵਾਦ ਦੀ ਵਿਚਾਰਧਾਰਾ ਦੇ ਪੂਰੀ ਤਰ੍ਹਾਂ ਅਨੁਕੂਲ ਹੈ। ਵੇਦ ਵਟੁਕ ਨਾਂ ਦੇ ਇੱਕ ਕੱਟੜ ਰਾਸ਼ਟਰਵਾਦੀ ਇਤਿਹਾਸਕਾਰ ਨੇ ਉਸ ਦੀ ਆਪਣੀ ਸੰਪਾਦਿਤ ਕੀਤੀ ਇੱਕ ਕਿਤਾਬ ਦੀ ਗਦਰ ਕਾਂਸਪਰੈਂਸੀ ਵਿੱਚ ਕਿਸੇ ਸ਼ੁੱਧ ਆਰੀਆ ਸਮਾਜੀ ਰਾਸ਼ਟਰਵਾਦੀ ਸ਼ਾਇਰ ਦੀ ਉਰਦੂ ਵਿੱਚ ਲਿਖੀ ਇੱਕ ਗਜ਼ਲ ਸਰਾਭੇ ਦੇ ਨਾਮ ਹੇਠ ਛਾਪ ਦਿੱਤੀ। ਡਾਕਟਰ ਚਮਨ ਲਾਲ ਨੇ ਇਸ ਬਾਰੇ ਹਲਕਾ ਜਿਹਾ ਇਤਰਾਜ਼ ਪ੍ਰਗਟਾਉਂਦਿਆਂ ਲਿਖਿਆ ਹੈ ਕਿ ਵੇਦ ਵਟੁਕ ਨੇ ਇਹਨਾਂ ਕਵਿਤਾਵਾਂ ਦੇ ਸਰਾਭਾ ਵੱਲੋਂ ਰਚਿਤ ਹੋਣ ਦਾ ਕੋਈ ਸਰੋਤ ਤੇ ਪ੍ਰਮਾਣ ਨਹੀਂ ਦਿੱਤਾ। ਵੇਦ ਵਟੁਕ ਵੱਲੋਂ ਉਸ ਕਵਿਤਾ ਦਾ ਸਰੋਤ ਨਾ ਦੱਸਣ ਦਾ ਬੜਾ ਠੋਸ ਕਾਰਨ ਹੈ। ਇਹ ਗਜ਼ਲ ਭਾਈ ਪਰਮਾਨੰਦ ਨੇ ਆਪਣੀ ਸਵੈ ਜੀਵਨੀ ਵਿੱਚ ਦਿੱਤੀ ਹੈ, ਪਰ ਉੱਥੇ ਉਸ ਨੇ ਇਹ ਦਾਅਵਾ ਬਿਲਕੁਲ ਨਹੀਂ ਕੀਤਾ ਕਿ ਇਹ ਸਰਾਭੇ ਦੀ ਲਿਖੀ ਹੋਈ ਹੈ। ਉਸ ਨੇ ਇਸ ਨੂੰ ਗਦਰੀ ਸ਼ਹੀਦਾਂ ਦੀ ਕਵਿਤਾ ਹੀ ਕਿਹਾ ਹੈ। ਸਵਾਲ ਖੜਾ ਹੁੰਦਾ ਹੈ ਕਿ ਵੇਦ ਵਟੁਕ ਨੂੰ ਇਹ ਇਲਹਾਮ ਕਿਵੇਂ ਹੋ ਗਿਆ ਕਿ ਇਹ ਸਰਾਭੇ ਨੇ ਲਿਖੀ ਸੀ। ਪਰ ਰਾਸ਼ਟਰਵਾਦੀ ਵਿਚਾਰਧਾਰਾ ਦੇ ਪੈਰੋਕਾਰਾਂ, ਖਾਸ ਕਰਕੇ ਪੰਜਾਬ ਦੇ ਖੱਬੇ ਪੱਖੀ ਲੇਖਕਾਂ ਨੇ ਆਪਣੇ ਸਿੱਖ ਵਿਰੋਧੀ ਤਵਸਬਾਂ ਵਿੱਚੋਂ ਵੇਦ ਵਟੁਕ ਦੇ ਇਸ ਹਾਲੀਆ ਝੂਠ ਨੂੰ ਪਵਿੱਤਰ ਸੱਚ ਮੰਨ ਲੈਣ ਵਿੱਚ ਰਤੀ ਭਰ ਹਿਚਕਚਾਹਟ ਨਹੀਂ ਦਿਖਾਈ। ਉਹਨਾਂ ਨੇ ਇਸ ਝੂਠ ਨੂੰ ਪ੍ਰਚਾਰਨ ਦਾ ਬੀੜਾ ਚੁੱਕ ਲਿਆ। ਕਿੰਨੀ ਹੈਰਾਨੀ ਵਾਲੀ ਗੱਲ ਹੈ ਕਿ ਉਹਨਾਂ ਨੂੰ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੰਗਰਾਮੀ ਸਾਥੀ ਅਤੇ ਪੂਰਨ ਸਦਾਚਾਰੀ ਮਨੁੱਖ ਭਾਈ ਸੰਤੋਖ ਸਿੰਘ ਵੱਲੋਂ ਲਿਖੀ ਗੱਲ ਉੱਤੇ
ਤਾਂ ਯਕੀਨ ਨਹੀਂ ਆਇਆ। ਹਾਲਾਂਕਿ ਭਾਈ ਸੰਤੋਖ ਸਿੰਘ ਨੇ ਇਹ ਕਵਿਤਾ ਉਸ ਵੇਲੇ ਛਾਪੀ ਸੀ ਜਦੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸੈਂਕੜੇ ਸਾਥੀ ਜਿਉਂਦੇ ਸਨ ਅਤੇ ਉਹਨਾਂ ਵਿੱਚੋਂ ਕਿਸੇ ਇੱਕ ਨੇ ਵੀ ਭਾਈ ਸਾਹਿਬ ਦੇ ਦਾਅਵੇ ਬਾਰੇ ਕੋਈ ਸ਼ੱਕ ਪ੍ਰਗਟ ਨਹੀਂ ਕੀਤਾ ਸੀ। ਪਰ ਭਾਰਤ ਦੇ ਸਥਾਪਤ ਨਿਯਾਮ ਦੇ ਪਿੱਠੂ ਵਿਦਵਾਨ ਵੱਲੋਂ ਸਮਕਾਲੀ ਰਾਜਸੀ ਸੁਆਰਥ ਵਿੱਚੋਂ ਬੋਲੇ ਨੰਗੇ ਚਿੱਟੇ ਝੂਠ ਉੱਤੇ ਝਟਪਟ ਵਿਸ਼ਵਾਸ ਕਰ ਲਿਆ। ਇਸ ਵਿੱਚੋਂ ਇਨ੍ਹਾਂ ਲੇਖਕਾਂ ਦੀ ਸਿੱਖ ਵਿਰੋਧੀ ਮਾਨਸਿਕਤਾ ਪ੍ਰਤੱਖ ਜ਼ਾਹਰ ਹੋ ਜਾਂਦੀ ਹੈ। ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਕਿਸੇ ਵੀ ਸਾਥੀ ਨੇ ਉਸ ਦੇ ਕਵੀ ਹੋਣ ਅਤੇ ਉਸ ਵੱਲੋਂ ਕੋਈ ਕਵਿਤਾ ਲਿਖਣ ਦਾ ਕਿਤੇ ਜ਼ਿਕਰ ਨਹੀਂ ਕੀਤਾ। ਭਾਈ ਪਰਮਾਨੰਦ ਨੇ ਸਿਰਫ ਇੰਨਾ ਲਿਖਿਆ ਹੈ ਕਿ ਜੇਲ੍ਹ ਅੰਦਰ ਇੱਕ ਰਾਤ ਨੂੰ ਜਦ ਉਸਨੇ ਸਰਾਭੇ ਨੂੰ ਪੁੱਛਿਆ ਸੀ ਕਿ ਉਹ ਕੀ ਕਰ ਰਿਹਾ ਹੈ ਤਾਂ ਉਸਨੇ ਕਿਹਾ ਸੀ ਕਿ ਮੈਂ ਇੱਕ ਕਵਿਤਾ ਲਿਖ ਰਿਹਾ ਹਾਂ। ਉਸ ਦੇ ਕਵਿਤਾ ਲਿਖਣ ਦਾ ਇਸ ਤੋਂ ਵੱਧ ਹੋਰ ਕੋਈ ਵੇਰਵਾ ਨਹੀਂ ਮਿਲਦਾ। ਵੈਸੇ ਵੀ ਜੇਕਰ ਭਾਈ ਕਰਤਾਰ ਸਿੰਘ ਸਰਾਭਾ ਨੇ ਕੋਈ ਕਵਿਤਾ ਲਿਖੀ ਹੁੰਦੀ ਤਾਂ ਇਹ ਗੱਲ 80-90 ਸਾਲਾਂ ਤੱਕ ਗੁੱਝੀ ਨਹੀਂ ਰਹਿਣੀ ਸੀ। ਉਸ ਦੇ ਸਾਥੀ ਗਦਰੀਆਂ ਨੇ ਜਦੋਂ ਇਸ ਬਾਰੇ ਨਿੱਕੀ ਤੋਂ ਨਿੱਕੀ ਗੱਲ ਵੀ ਲਿਖ ਦਿੱਤੀ ਹੈ ਤਾਂ ਫਿਰ ਇੰਨਾ ਵੱਡਾ ਤੱਥ ਇੰਨੇ ਸਾਲਾਂ ਤੱਕ ਲੁਕਿਆ ਕਿਵੇਂ ਰਹਿ ਗਿਆ। ਸਰਾਭੇ ਨੇ ਜੇਕਰ ਕਵਿਤਾ ਲਿਖੀ ਵੀ ਹੁੰਦੀ ਤਾਂ ਉਹ ਨਿਸ਼ਚਿਤ ਤੌਰ ਤੇ ਪੰਜਾਬੀ ਵਿੱਚ ਲਿਖਦਾ, ਕਿਉਂਕਿ ਗਦਰ ਤੇ ਗਦਰ ਦੀ ਗੂੰਜ ਦੀਆਂ ਜਿੰਨੀਆਂ ਵੀ ਕਵਿਤਾਵਾਂ ਮਕਬੂਲ ਹੋਈਆਂ ਉਹ ਸਾਰੀਆਂ ਪੰਜਾਬੀ ਵਿੱਚ ਸਨ। ਉਰਦੂ ਵਿੱਚ ਲਿਖੀ ਇੱਕ ਵੀ ਕਵਿਤਾ ਮਕਬੂਲ ਜਾਂ ਪ੍ਰਚਲਿਤ ਨਹੀਂ ਹੋਈ। ਉਸ ਦੀ ਸ਼ਹਾਦਤ ਦੇ 13ਵੇਂ ਵਰ੍ਹੇ ਅੰਦਰ ਕਿਸੇ ਅਗਿਆਤ ਕਵੀ ਨੇ ਹੇਠ ਲਿਖੀ ਕਵਿਤਾ ਰਾਹੀਂ ਉਸ ਨੂੰ ਆਪਣੀ ਭਾਵ ਭਿੰਨੀ ਸ਼ਰਧਾਂਜਲੀ ਦਿੱਤੀ ਸੀ। ਉਸ ਵੇਲੇ ਉਸ ਦੇ ਅਨੇਕਾਂ ਸਾਥੀ ਜਿਉਂਦੇ ਸਨ ਅਤੇ ਜਿਸ ਪਰਚੇ ਵਿੱਚ ਇਹ ਕਵਿਤਾ ਛਪੀ ਸੀ ਉਸ ਨੂੰ ਸਾਰੇ ਗਦਰੀ ਘੁਲਾਟੀਏ ਪੂਰਨ ਸ਼ਰਧਾ ਨਾਲ ਪੜ੍ਹਦੇ ਸਨ। ਇਸ ਕਵਿਤਾ ਵਿੱਚ ਕਵੀ ਨੇ ਭਾਈ ਕਰਤਾਰ ਸਿੰਘ ਸਰਾਭਾ ਦੇ ਦਿਲੀ ਭਾਵ ਪ੍ਰਗਟ ਕੀਤੇ ਸਨ, ਜਿਨ੍ਹਾਂ ਬਾਰੇ ਉਸ ਵਕਤ ਕਿਸੇ ਨੂੰ ਵੀ ਕੋਈ ਸ਼ੱਕ ਸੁਭਾ ਨਹੀਂ ਸੀ, ਕਿਉਂਕਿ ਉਦੋਂ ਅਜੇ ਗੁਰੂਆਂ ਦੀ ਵਰਸਾਈ ਧਰਤੀ ਉੱਤੇ ਗੁਰੂ ਸਾਹਿਬਾਨ ਤੋਂ ਬੇਮੁਖ ਅਨਮਤੀਆਂ ਦੀ ਨਸਲ ਪੈਦਾ ਨਹੀਂ ਹੋਈ ਸੀ। ਭਾਣੇ ਵਿੱਚ ਕਰਤਾਰ ਚੱਲਿਆ। ਭਾਈ ਕਰਤਾਰ ਸਿੰਘ ਜੀ ਸ਼ਹੀਦ ਦਾ ਸੁਨੇਹਾ। ਮੇਰੇ ਪਿਆਰਿਓ ਫਿਕਰ ਨਾ ਮੂਲ ਕਰਨਾ, ਵਿਦਾ ਬਖਸ਼ਣੀ ਖੁਸ਼ੀ ਦੇ ਨਾਲ ਮੈਨੂੰ, ਪਿੱਛੋਂ ਰੱਖਣਾ ਤੁਸਾਂ ਨੇ ਕੰਮ ਜਾਰੀ, ਇਹੋ ਪਾਉਣਾ ਪਿਆ ਸਵਾਲ ਮੈਨੂੰ, ਕੈਸੀ ਘੜੀ ਸੁਲੱਖਣੀ ਜੰਮਿਆ ਮੈਂ, ਸੇਵਾ ਦੇਸ਼ ਦੀ ਦਾ ਆਇਆ ਖਿਆਲ ਮੈਨੂੰ, ਧੰਨ ਭਾਗ ਮੇਰੇ ਐਸੇ ਨੇਕ ਕੰਮੋਂ, ਕੋਈ ਮੂਲ ਨਾ ਸਕਿਆ ਟਾਲ ਮੈਨੂੰ, ਐ ਪਰ ਬਹੁਤ ਥੋੜੀ ਸੇਵਾ ਹੋਈ ਮੈਥੋਂ, ਲਿਆ ਪਕੜ ਫਰੰਗ ਦੇ ਜਾਲ ਮੈਨੂੰ, ਹੋਇਆ ਸਾਬਤੀ ਦੇ ਨਾਲ ਸਿਦਕ ਪੂਰਾ, ਐਸੀ ਬਾਤ ਦੀ ਖੁਸ਼ੀ ਕਮਾਲ ਮੈਨੂੰ, ਨਾਲ ਖੁਸ਼ੀ ਦੇ ਗੁਰਾਂ ਨੇ ਪੁੱਤ ਵਾਰੇ, ਦਿਸੇ ਚਮਕਦੀ ਨੇਕ ਮਿਸਾਲ ਮੈਨੂੰ, ਕੂੜਾ ਜਿਸਮ ਫਾਨੀ ਹੋਸੀ ਅੰਤ ਫਾਨੀ, ਕੋਈ ਪਿਆਰ ਨਾ ਇਸ ਦੇ ਨਾਲ ਮੈਨੂੰ, ਮੈਂ ਹਾਂ ਆਤਮਾ ਸਦਾ ਅਕਾਲ ਮੂਰਤ, ਪਕੜ ਸਕਦਾ ਕਦੇ ਨਾ ਕਾਲ ਮੈਨੂੰ, ਫਾਂਸੀ ਤੀਰ ਤਲਵਾਰ ਬੰਦੂਕ ਬਰਸ਼ੀ, ਕੱਟ ਸਕਣ ਨਾ ਰਤੀ ਰਵਾਲ ਮੈਨੂੰ, ਨਾਲ ਖੁਸ਼ੀ ਦੇ ਹੁਕਮ ਬਜਾਇਆ ਹੈ, ਦਿੱਤਾ ਆਪ ਜੋ ਪੁਰਖ ਅਕਾਲ ਮੈਨੂੰ, ਭਾਣੇ ਵਿੱਚ ਕਰਤਾਰ ਚੱਲਿਆ, ਤੁਸਾਂ ਰੱਖਣਾ ਯਾਦ ਹੋ ਦਿਆਲ ਮੈਨੂੰ। ਸ਼ਹਾਦਤ ਤੋਂ ਬਾਅਦ ਕਿਰਤੀ ਦੇ ਅਪ੍ਰੈਲ 1927 ਦੇ ਅੰਕ ਵਿੱਚ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਆਜ਼ਾਦੀ ਦਾ ਅਦੁੱਤੀ ਪਿਆਰਾ ਪਰਜਾ ਭਗਤ ਭਾਈ ਕਰਤਾਰ ਸਿੰਘ ਜੀ ਸ਼ਹੀਦ ਦਾ ਸਨਮਾਨਜਨਕ ਸਰਲੇਖ ਦਿੱਤਾ ਗਿਆ ਸੀ। ਇਸ ਅੰਕ ਵਿੱਚ ਸ਼ਹੀਦ ਲੜੀ ਨੰਬਰ 7 ਵਿੱਚ ਸ਼ਹੀਦ ਕਰਤਾਰ ਸਿੰਘ ਨੂੰ ਹਰ ਜਗ੍ਹਾ ਭਾਈ ਸਾਹਿਬ ਹੀ ਲਿਖਿਆ ਹੈ। ਕਿਰਤੀ ਦੇ ਮਾਰਚ 1926 ਦੇ ਅੰਕ ਵਿੱਚ ਭਾਈ ਸੰਤੋਖ ਸਿੰਘ ਦਾ ਸਰਾਭੇ ਬਾਰੇ ਲੇਖ ਛਪਿਆ, ਜਿਸ ਦੇ ਹੇਠਾਂ ਉਹਨਾਂ ਨੇ ਇਹ ਵਿਸ਼ੇਸ਼ ਨੋਟ ਦਿੱਤਾ ਹੈ। ਉੱਪਰਲੇ ਲੇਖ ਵਿੱਚ ਸ੍ਰੀਮਾਨ ਭਾਈ ਕਰਤਾਰ ਸਿੰਘ ਜੀ ਸ਼ਹੀਦ ਦੇ ਪਹਿਲੇ ਬਾਗੀ ਸ਼ਬਦ ਲਿਖਿਆ ਹੋਇਆ ਹੈ। ਇਸ ਸ਼ਬਦ ਸੰਬੰਧੀ ਅਸੀਂ ਪਾਠਕਾਂ ਦੀ ਸੇਵਾ ਵਿੱਚ ਬੇਨਤੀ ਕਰਦੇ ਹਾਂ ਕਿ ਇਹ ਗੁਰਮੁਖ ਪਿਆਰੇ ਦੀ ਆਪਣੀ ਮੰਗ ਸੀ ਕਿ ਮੇਰੀ ਸ਼ਹੀਦੀ ਤੋਂ ਬਾਅਦ ਮੈਨੂੰ ਇਹ ਖਿਤਾਬ ਦਾਨ ਦਿੱਤਾ ਜਾਵੇ। ਨੋਟ: ਭਾਈ ਸੰਤੋਖ ਸਿੰਘ ਜੀ ਭਾਈ ਸਰਾਭੇ ਨੂੰ ਗੁਰਮੁਖ ਪਿਆਰਾ ਲਿਖਦੇ ਸਨ। ਬਾਬਾ ਸੋਹਣ ਸਿੰਘ ਭਕਨਾ ਸਰਾਭੇ ਨਾਲੋਂ ਦੁੱਗਣੀ ਉਮਰ ਦੇ ਸਨ, ਪਰ ਉਹਨਾਂ ਨੇ ਉਸ ਨੂੰ ਮੇਰਾ ਜਰਨੈਲ ਕਹਿ ਕੇ ਬਹੁਤ ਵੱਡਾ ਸਨਮਾਨ ਦਿੱਤਾ ਸੀ। ਭਾਈ ਰਣਧੀਰ ਸਿੰਘ ਸਰਾਭੇ ਦੇ ਬਾਪ ਦੀ ਉਮਰ ਦੇ ਸਨ, ਪਰ ਉਹਨਾਂ ਆਪਣੀਆਂ ਲਿਖਤਾਂ ਵਿੱਚ ਉਸ ਨੂੰ ਹਮੇਸ਼ਾ ਵੀਰ ਕਰਤਾਰ ਸਿੰਘ ਦੇ ਮੋਹ ਭਰੇ ਸੰਬੋਧਨ ਨਾਲ ਹੀ ਯਾਦ ਕੀਤਾ।
ਸਚਿੰਦਰ ਨਾਥ ਸਾਨਿਆਲ ਨੇ ਸਰਾਭੇ ਦੀ ਬਹਾਦਰੀ ਦੀ ਦਾਤ ਦਿੰਦੇ ਹੋਏ ਉਸ ਨੂੰ ਵੀਰ ਕਰਤਾਰ ਸਿੰਘ ਕਿਹਾ। ਗਿਆਨੀ ਹਰਭਜਨ ਸਿੰਘ ਚਮੰਡਾ ਸਰਾਭੇ ਦਾ ਹਾਣੀ ਸੀ। ਦੋਵਾਂ ਨੇ ਗੁੱਜਰਵਾਲ ਦੇ ਮਿਡਲ ਸਕੂਲ ਤੇ ਲੁਧਿਆਣੇ ਦੇ ਮਾਲਵਾ ਖਾਲਸਾ ਹਾਈ ਸਕੂਲ ਵਿੱਚ ਅੱਗੜ ਪਿਛੜ ਹੀ ਪੜ੍ਹਾਈ ਕੀਤੀ ਸੀ। ਚਮਿੰਡਾ ਜੀ ਨੇ ਭਾਈ ਕਰਤਾਰ ਸਿੰਘ ਸਰਾਭਾ ਨੂੰ ਲਾਡ ਨਾਲ ਬਾਲਾ ਜਰਨੈਲ ਕਹਿ ਕੇ ਨਿਵਾਜਿਆ ਸੀ। ਉਸ ਨੇ ਆਪਣੀਆਂ ਯਾਦਾਂ ਵਿੱਚ ਸਰਾਭੇ ਦੇ ਜੋ ਗੁਣ ਦੱਸੇ ਹਨ, ਉਹਨਾਂ ਮੁਤਾਬਕ ਉਹ ਚੁਸਤ ਚਲਾਕ, ਫੁਰਤੀਲਾ, ਚਤੁਰ, ਹੁਸ਼ਿਆਰ, ਸਿਰੜੀ, ਸਿਆਣਾ, ਤਿਆਗੀ ਤੇ ਦਲੇਰ ਸੀ। ਊਧਮ ਸਿੰਘ ਕਸੇਲ ਨੇ ਵੀ ਉਸ ਨੂੰ ਨਿਡਰ, ਦਲੇਰ ਤੇ ਸੂਰਬੀਰ ਦੱਸਿਆ ਹੈ। ਭਾਈ ਭਗਵਾਨ ਸਿੰਘ ਨੇ ਲਿਖਿਆ ਹੈ ਕਿ ਇਤਨਾ ਦਲੇਰ ਆਦਮੀ, ਇਤਨਾ ਬਹਾਦਰ ਆਦਮੀ ਮੇਰੀਆਂ ਅੱਖਾਂ ਵਿੱਚੋਂ ਬਹੁਤ ਘੱਟ ਅਜਿਹੇ ਆਦਮੀ ਨਿਕਲੇ ਹਨ। ਗਦਰੀ ਸ਼ਹਾਦਤਾਂ ਦੇ ਕੁਝ ਕੁ ਅੰਦਾਜ਼। ਭਾਈ ਬੰਤਾ ਸਿੰਘ ਸੰਘਵਾਲ ਨੂੰ ਅਦਾਲਤ ਨੇ ਫਾਂਸੀ ਦਾ ਹੁਕਮ ਦਿੱਤਾ ਅਤੇ ਇਹਨਾਂ ਫਾਂਸੀ ਦਾ ਹੁਕਮ ਸੁਣ ਕੇ ਵਾਹਿਗੁਰੂ ਦੀ ਦਰਗਾਹ ਵਿੱਚ ਇਹ ਅਰਦਾਸਾ ਕੀਤਾ, ਹੇ ਵਾਹਿਗੁਰੂ, ਅੱਜ ਮੇਰੇ ਧੰਨ ਭਾਗ ਹਨ ਕਿ ਮੇਰੀ ਇਹ ਨਿਮਾਣੀ ਜ਼ਿੰਦਗੀ ਵੀ ਦੇਸ਼ ਤੇ ਕੌਮ ਦੀ ਖਾਤਰ ਲੱਗ ਗਈ ਹੈ। ਪੰਡਤ ਕਾਂਸ਼ੀ ਰਾਮ ਦੇ ਪਿਤਾ ਗੰਗਾ ਰਾਮ ਆਪਣੇ ਦੋਨੋਂ ਪੁੱਤਰਾਂ ਸਮੇਤ ਫਿਰੋਜ਼ਪੁਰ ਜੇਲ੍ਹ ਵਿੱਚ ਕਾਂਸ਼ੀ ਰਾਮ ਨੂੰ ਮਿਲਣ ਗਏ ਸਨ ਤਾਂ ਮੁਲਾਕਾਤ ਕਰਕੇ ਵਾਪਸ ਆਉਣ ਲੱਗੇ ਆਪਣੇ ਦੋਵਾਂ ਭਰਾਵਾਂ ਨੂੰ ਕਾਂਸ਼ੀ ਰਾਮ ਨੇ ਕਿਹਾ ਸੀ ਕਿ ਅਗਲੀ ਵਾਰ ਜਦੋਂ ਆਉਣ ਤਾਂ ਆਪਣੇ ਨਾਲ 5 ਗ੍ਰੰਥੀ ਜ਼ਰੂਰ ਲੈਂਦੇ ਆਉਣ। ਕਾਂਸ਼ੀ ਰਾਮ ਜੀ ਦੀ ਇਸ ਮੰਗ ਤੇ ਉਹਨਾਂ ਦੇ ਸੁਭਾਅ ਅਤੇ ਆਚਰਣ ਬਾਰੇ ਬਹੁਤ ਗੱਲਾਂ ਉਗੜ ਕੇ ਆਉਂਦੀਆਂ ਹਨ। ਇਹ ਸ਼ਾਇਦ ਬਾਲਪਨ ਤੋਂ ਹੀ ਮਾਤਾ ਜੀ ਮਹਿਤਾਬ ਕੌਰ ਜੀ ਦਾ ਪ੍ਰਭਾਵ ਸੀ। ਕਾਂਸ਼ੀ ਰਾਮ ਦੇ ਪਿਤਾ ਅਤੇ ਦੋਵੇਂ ਭਾਈ ਫੇਰ ਫਿਰੋਜ਼ਪੁਰ ਗਏ। ਕਾਂਸ਼ੀ ਰਾਮ ਨੇ 5 ਗ੍ਰੰਥੀ ਪੋਥੀ ਮੰਗਵਾਈ ਸੀ, ਪਰ ਬੰਸੀ ਰਾਮ ਜੀ ਇੱਕ ਹੋਰ ਹੀ ਕਿਤਾਬ ਲੈ ਗਏ ਜੋ ਕਾਂਸ਼ੀ ਰਾਮ ਜੀ ਨੇ ਵਾਪਸ ਕਰ ਦਿੱਤੀ। ਪੰਡਤ ਕਾਂਸ਼ੀ ਰਾਮ ਦੇ ਭਰਾ ਬੰਸੀ ਰਾਮ ਨੇ ਦੱਸਿਆ ਕਿ ਉਹਨਾਂ ਦੇ ਪਿਤਾ ਜੀ ਨੇ ਮੁਕੱਦਮੇ ਦੌਰਾਨ ਪਤਾ ਨਹੀਂ ਕਿੰਨੇ ਗੇੜੇ ਲਾਹੌਰ ਦੇ ਲਾਏ। ਜਦ ਕਦੀ ਉਹ ਆਪਣੇ ਪੁੱਤਰ ਨੂੰ ਜੇਲ੍ਹ ਵਿੱਚ ਮਿਲਦੇ ਤਾਂ ਹਰ ਵਾਰ ਬਾਈ ਜੀ ਨੂੰ ਕਿਹਾ ਕਰਦੇ ਕਿ ਐਵੇਂ ਪੈਸੇ ਬਰਬਾਦ ਨਾ ਕਰ, ਅਪੀਲ ਕੇਵਲ ਰੱਬ ਦੇ ਦਰਬਾਰ ਵਿੱਚ ਕਰਨ ਕਿ ਉਹਨਾਂ ਦਾ ਪੁੱਤਰ ਆਪਣੇ ਇਰਾਦਿਆਂ ਵਿੱਚ ਸਫਲ ਹੋ ਜਾਵੇ। 23ਵੇਂ ਰਸਾਲੇ ਦੇ ਇੱਕ ਸਿਪਾਹੀ ਨੇ ਅੰਡੇਮਾਨ ਵਿਖੇ ਸਚਿੰਦਰ ਨਾਥ ਸਾਨਿਆਲ ਨੂੰ ਦੱਸਿਆ ਸੀ ਕਿ ਫਾਂਸੀ ਦੀ ਸਜ਼ਾ ਹੋ ਜਾਣ ਤੋਂ ਬਾਅਦ ਜਦੋਂ ਅਫਸਰਾਂ ਨੇ ਭਾਈ ਅਬਦੁੱਲਾ ਨੂੰ ਧਰਮ ਦੇ ਨਾਂ ਤੇ ਭਾਈ ਲਛਮਣ ਸਿੰਘ ਦਾ ਸਾਥ ਛੱਡ ਦੇਣ ਲਈ ਪ੍ਰੇਰਨ ਦੇ ਇਰਾਦੇ ਨਾਲ ਕਿਹਾ ਕਿ ਤੂੰ ਇੱਕ ਕਾਫਰ ਨਾਲ ਫਾਂਸੀ ਤੇ ਚੜ੍ਹਨਾ ਕਿਵੇਂ ਪਸੰਦ ਕਰ ਸਕਦਾ ਹੈ, ਤਾਂ ਭਾਈ ਅਬਦੁੱਲਾ ਨੇ ਇਸ ਦਾ ਬੜਾ ਵਧੀਆ ਜਵਾਬ ਦਿੱਤਾ ਸੀ। ਉਸ ਨੇ ਕਿਹਾ, ਜੇ ਮੈਂ ਲਛਮਣ ਸਿੰਘ ਨਾਲ ਫਾਂਸੀ ਤੇ ਟੰਗਿਆ ਜਾਵਾਂ ਤਾਂ ਮੈਨੂੰ ਬਹਿਸ਼ਤ ਮਿਲੇਗੀ। ਕਹਿੰਦੇ ਹਨ ਕਿ ਫਾਂਸੀ ਤੋਂ ਪਹਿਲਾਂ ਅੰਬਾਲਾ ਜੇਲ੍ਹ ਅੰਦਰ ਭਾਈ ਅਬਦੁੱਲਾ ਦਾ ਇੱਕ ਰਿਸ਼ਤੇਦਾਰ ਜਿਹੜਾ ਪੰਜਾਬ ਪੁਲਿਸ ਵਿੱਚ ਸਬ ਇੰਸਪੈਕਟਰ ਸੀ, ਉਸ ਨਾਲ ਨਿੱਜੀ ਗੱਲਬਾਤ ਕਰਨ ਆਇਆ ਸੀ। ਜਦ ਗੱਲ ਕਰਕੇ ਚਲਾ ਗਿਆ ਤਾਂ ਭਾਈ ਲਛਮਣ ਸਿੰਘ ਨੇ ਬੜੀ ਆਪਣਤ ਨਾਲ ਭਾਈ ਅਬਦੁੱਲਾ ਨੂੰ ਸੁਝਾਅ ਦਿੱਤਾ ਕਿ ਮੌਲਵੀ ਜੀ, ਅਖੀਰ ਵਿੱਚ ਅਸੀਂ ਆਪਸ ਵਿੱਚ ਵਿਛੜ ਤਾਂ ਜਾਣਾ ਹੀ ਹੈ, ਤੂੰ ਬਿਆਨ ਦੇ ਕੇ ਆਪਣੀ ਜਾਨ ਬਚਾ ਸਕਦਾ ਹੈ। ਭਾਈ ਅਬਦੁੱਲਾ ਦਾ ਜਵਾਬ ਸੀ, ਅਸਲ ਵਿੱਚ ਮੈਂ ਤਾਂ ਸ਼ਰਮਿੰਦਗੀ ਮਹਿਸੂਸ ਕਰਦਾ ਹਾਂ ਕਿਉਂਕਿ ਕੁਝ ਕੁ ਲੱਖ ਸਿੱਖਾਂ ਵਿੱਚੋਂ ਤੁਸੀਂ 11 ਜਣਿਆਂ ਨੇ ਦੇਸ਼ ਲਈ ਆਪਣੀਆਂ ਜਾਨਾਂ ਦੀ ਬਾਜੀ ਲਾ ਦਿੱਤੀ ਹੈ, ਜਦੋਂ ਕਿ 8 ਕਰੋੜ ਮੁਸਲਮਾਨਾਂ ਵਿੱਚੋਂ ਮੈਂ ਇਕੱਲਾ ਹੀ ਹਾਂ। ਅੱਲਾ ਦੀ ਰਹਿਮਤ ਨਾਲ ਮੈਂ ਤੁਹਾਡਾ ਸਾਥ ਛੱਡ ਕੇ ਪਤਹੀਣ ਨਹੀਂ ਬਣਨਾ ਚਾਹੁੰਦਾ। ਨੋਟ: 23ਵੇਂ ਰਸਾਲੇ ਦੇ ਕੁੱਲ 12 ਜਵਾਨਾਂ ਨੂੰ ਫਾਂਸੀ ਦਿੱਤੀ ਗਈ ਸੀ, ਜਿਨ੍ਹਾਂ ਵਿੱਚੋਂ ਅਬਦੁੱਲਾ ਤੋਂ ਬਿਨਾਂ ਬਾਕੀ ਸਾਰੇ ਸਿੱਖ ਸਨ। ਫਾਂਸੀ ਦੇਣ ਵੇਲੇ ਭਾਈ ਅਬਦੁੱਲਾ ਨੇ ਜੇਲਰ ਦੀ ਮਿੰਨਤ ਕਰਦਿਆਂ ਕਿਹਾ ਸੀ, ਮੌਤ ਤੋਂ ਬਾਅਦ ਵੀ ਸਾਨੂੰ ਇੱਕ ਦੂਜੇ ਨਾਲੋਂ ਵੱਖ ਨਾ ਕੀਤਾ ਜਾਵੇ, ਜਾਂ ਤਾਂ ਸਾਡਾ ਸਾਰਿਆਂ ਦਾ ਇਕੱਠਿਆਂ ਸੰਸਕਾਰ ਕਰ ਦਿੱਤਾ ਜਾਵੇ ਜਾਂ ਫਿਰ ਸਾਨੂੰ ਸਾਰਿਆਂ ਨੂੰ ਇਕੱਠਿਆਂ ਹੀ ਸਪੁਰਦੇ ਖਾਕ ਕਰ ਦਿੱਤਾ ਜਾਵੇ। ਨੋਟ: ਨਰਦਈ ਹਾਕਮਾਂ ਨੇ ਕਿਸੇ ਵੀ ਗਦਰੀ ਸ਼ਹੀਦ ਦੀ ਲਾਸ਼ ਉਸ ਦੇ ਵਾਰਸਾਂ ਨੂੰ ਨਹੀਂ ਦਿੱਤੀ ਸੀ। ਸਾਰਿਆਂ ਦਾ ਜੇਲ੍ਹਾਂ ਅੰਦਰ ਹੀ ਅੰਤਮ ਸੰਸਕਾਰ ਕਰ ਦਿੱਤਾ ਗਿਆ ਸੀ, ਪਰ ਜੇਲਰ ਨੇ ਉਸ ਦੀ ਇਸ ਬੇਨਤੀ ਨੂੰ ਨਾ ਪ੍ਰਵਾਨ ਕਰਦੇ ਹੋਏ 11 ਸਿੱਖ ਸ਼ਹੀਦਾਂ ਦਾ ਜੇਲ੍ਹ ਅੰਦਰ ਸੰਸਕਾਰ ਕਰ ਦਿੱਤਾ ਸੀ ਅਤੇ ਭਾਈ ਅਬਦੁੱਲਾ ਨੂੰ ਮੁਸਲਿਮ ਰੀਤਾਂ ਅਨੁਸਾਰ ਦਫਨ ਕਰ ਦਿੱਤਾ ਸੀ। ਜਗਰਾਓਂ ਦੇ ਜੰਮਪਲ ਮੌਲਵੀ ਹਾਫਿਜ਼ ਅਬਦੁੱਲਾ, ਜਿਹੜੇ ਫਿਲਪਾਈਨ ਦੀ ਗਦਰ ਪਾਰਟੀ ਦੇ ਪ੍ਰਧਾਨ ਸਨ, ਇੱਕ ਗੰਭੀਰ ਤੇ ਸਿਆਣੇ ਦੇਸ਼ ਭਗਤ ਸਨ।
ਜਦ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਹ ਸੈਂਟਰਲ ਜੇਲ੍ਹ ਲਾਹੌਰ ਦੇ 14 ਨੰਬਰ ਹਾਤੇ ਦੀਆਂ ਫਾਂਸੀ ਕੋਠੀਆਂ ਵਿੱਚ ਬੰਦ ਸਨ। ਭਾਈ ਬਲਵੰਤ ਸਿੰਘ ਖੁਰਦਪੁਰ, ਭਾਈ ਕਰਤਾਰ ਸਿੰਘ ਨਵਾਂਚੰਦ ਆਦਿ ਸਭ ਸਿੰਘ ਗੁਰਬਾਣੀ ਦਾ ਪਾਠ ਕਰਿਆ ਕਰਦੇ ਸਨ। ਆਪ ਵੀ ਸੁਣਨ ਲੱਗ ਪਏ। ਇੱਕ ਦਿਨ ਕਹਿਣ ਲੱਗੇ ਕਿ ਹੁਣ ਜ਼ਿੰਦਗੀ ਦਾ ਲੁਤਫ ਆਉਣ ਲੱਗਾ ਸੀ ਤੇ ਪਤਾ ਲੱਗਾ ਸੀ ਕਿ ਜ਼ਿੰਦਗੀ ਕੀ ਹੈ, ਪਰ ਹੁਣ ਜ਼ਿੰਦਗੀ ਹੀ ਨਹੀਂ ਰਹੀ, ਕਿਉਂਕਿ ਉਹ ਥੋੜੇ ਚਿਰ ਬਾਅਦ ਹੀ ਬਾਕੀਆਂ ਦੇ ਸਾਥੀਆਂ ਨਾਲ ਫਾਂਸੀ ਲੱਗ ਗਏ। ਉਹਨਾਂ ਉੱਪਰ ਗੁਰਬਾਣੀ ਦਾ ਐਸਾ ਪ੍ਰਭਾਵ ਪਿਆ ਕਿ ਗੁਰਬਾਣੀ ਦਾ ਰਸ ਆਉਣ ਲੱਗ ਪਿਆ ਸੀ। ਉਹਨਾਂ ਦੀ ਇਹ ਗੱਲ ਸਾਨੂੰ ਭਾਈ ਕਰਤਾਰ ਸਿੰਘ ਜੀ ਨਵਾਂਚੰਦ ਨਿਵਾਸੀ ਨੇ ਦੱਸੀ ਸੀ, ਜੋ ਉਸ ਵੇਲੇ ਉਹਨਾਂ ਦੇ ਨਾਲ ਸਨ, ਕਿਉਂਕਿ ਭਾਈ ਕਰਤਾਰ ਸਿੰਘ ਜੀ ਨੂੰ ਵੀ ਪਹਿਲਾਂ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ, ਜੋ ਪਿੱਛੋਂ ਉਮਰ ਕੈਦ ਵਿੱਚ ਬਦਲ ਗਈ ਸੀ। ਗਿਆਨੀ ਹਰਭਜਨ ਸਿੰਘ ਚਮੰਡਾ ਨੇ ਸ਼ਹੀਦ ਗਾਂਧਾ ਸਿੰਘ ਦੀ ਸੂਰਬੀਰਤਾ ਇਨ੍ਹਾਂ ਲਫ਼ਜ਼ਾਂ ਵਿੱਚ ਦਰਸਾਈ ਹੈ। ਇਹ ਵੀਰ ਬੜਾ ਦਲੇਰ ਸੀ, ਜੋ 8 ਮਾਰਚ 1916 ਨੂੰ ਮਿੰਟ ਗੁਮਰੀ ਜੇਲ੍ਹ ਵਿੱਚ ਫਾਂਸੀ ਚਾੜੇ ਗਏ। ਫਾਂਸੀ ਸੁਣਨ ਸਾਰ ਇਨ੍ਹਾਂ ਜੱਜਾਂ ਨੂੰ ਕਿਹਾ ਕਿ ਤੁਸੀਂ ਇਹ ਮੈਨੂੰ ਕੋਈ ਨਵੀਂ ਗੱਲ ਨਹੀਂ ਸੁਣਾਈ, ਇਹ ਤਾਂ ਮੈਂ ਅਮਰੀਕਾ ਤੋਂ ਤੁਰਨ ਸਮੇਂ ਦੀ ਕਬੂਲੀ ਹੋਈ ਹੈ। ਇਹਦੀ ਬਹਾਦਰੀ ਬਾਰੇ ਪੋਹੂ ਰਾਮ ਹੈੱਡ ਜਮਾਦਾਰ ਦਾ ਕਥਨ ਹੈ ਕਿ ਮੈਂ ਆਪਣੇ ਸਾਹਮਣੇ 100 ਤੋਂ ਉੱਪਰ ਸੱਜਣ ਫਾਂਸੀ ਚੜ੍ਹਦੇ ਦੇਖੇ ਹਨ, ਪਰ ਜਿਸ ਤਰ੍ਹਾਂ ਸੱਪ ਵਾਂਗੂ ਮੇਲਦਾ ਗਾਂਧਾ ਸਿੰਘ ਫਾਂਸੀ ਘਰ ਵੱਲ ਜਾਂਦਾ ਵੇਖਿਆ, ਹੋਰ ਕੋਈ ਨਹੀਂ ਡਿੱਠਾ। ਸਾਡੇ ਨਾਲ ਹਵਾਲਾਤ ਵਿੱਚ ਬਚਨ ਕਰਦਿਆਂ ਗਾਂਧਾ ਸਿੰਘ ਨੇ ਕਿਹਾ ਸੀ ਕਿ ਮੈਂ ਅਮਰੀਕਾ ਤੋਂ ਦੇਸ਼ ਵੱਲ ਤੁਰਨ ਸਮੇਂ ਰਾਤ ਦੇ 12-12 ਵਜੇ ਤੱਕ ਬੈਠ ਕੇ ਮਨ ਨਾਲ ਫੈਸਲਾ ਕੀਤਾ ਸੀ ਕਿ ਉੱਥੇ ਜਾ ਕੇ ਫਾਂਸੀ ਲੱਗਣਾ ਹੈ, ਸੋ ਇਹ ਮੰਨ ਕੇ ਹੀ ਤੁਰਿਆ ਸੀ। ਕਿਤਾਬ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ ਭਾਗ 36ਵਾਂ ਅਤੇ ਇੱਥੇ ਇਸ ਦੀ ਸਮਾਪਤੀ ਹੈ। ਲੇਖਕ ਸਰਦਾਰ ਅਜਮੇਰ ਸਿੰਘ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।